ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕਹਿ, ਤਬ ਹੋਏ ਨਿਹਾਲ। ਰਾਜ ਮਿਲਖ ਸਿਕਦਾਰੀਆਂ, ਅਗਨੀ ਮਹਿੰਜਾਲ। ਪਾਣੀ ਪੱਖਾ ਪੀਸ ਦਾਸ ਕਹਿ, ਤਬ ਹੋਏ ਨਿਹਾਲ। ਰਾਜ ਮਿਲਖ ਸਿਕਦਾਰੀਆਂ, ਅਗਨੀ ਮਹਿੰਜਾਲ। संत जना का छोहरा, तिस चरनी लाग। माया धारी छत्रपत, तिन छोड़ों त्याग। रहा संतन का दाना रूखा, सो सर्ब निधान। गृह साकत छत्ती प्रकार, ते बिखु समान। भगत जना का लूंगरा, ओढ़ नगन ना होई। साकत सिर पाव रेशमी, पहरत पत खोई। साकत स्यों मुख जोरिय, अध विचों टूटै। हर जन की सेवा जो करे, इत ऊत हैं छूटै। सब किछ तुम ही ते होआ, आप बनत बनाई। दर्शन भेटत साधका, नानक गुण गाई। सब किछ तुम ही ते होआ, आप बनत बनाई। दर्शन भेटत साधका, नानक गुण गाई। वाहिगुरु जी का खालसा, वाहिगुरु जी की फतेह। जुगो जुग अटल। धन धन गुरु ग्रंथ साहिब जी, गुरु पातशाह जी की अपार बख्शिश। टलदी शाम सत्संगत दियां कड़ियां पल असी प्राप्त किते ने। मुसलसल शाम समय से गुर शब्द व्याख्या करते हैं। राग बिलावल दे चौपदियां दे बचन, गुरु अर्जन पातशाह जी का महानतम संदेश सानू शब्द बा शब्द प्राप्त हो रहा है। आप जी ने इस लड़ी विच अगलेरा शब्द सरवण किया है। विचार हमेशा की तरह जो सी रहाओ के बंद तो प्रारंभ करते हैं, जिद मुख सुनेहा है। अज भी उतों ही विचार शुरू हो रहे ने। गुरु पातशाह बख्शिश ये कर रहे ने कि संत जना का छोहरा, तिस चरणी लाग। माया धारी छत्रपत, तिन छोड़ों त्याग। रहा भाषाई परिपेख दे विच छोहरा बेटे नूं भी कहा जाता है, अपने बच्चे नूं भी, खास करके लड़के नूं। पर जिवें क्योंकि ब्रिज भाषाई रंग है सारा। छोहरा गुलाम, नौकर, किसी दी चाकरी करने वाला, बेगारी करने वाला, उसकी बात हो रही है। एक मैटाफोरिक वे नाल बात की गई है। समुचे शब्द की व्याख्या च सारा रंग देखांगे, पर जे असी शब्दी अर्थ करते हैं, शब्दी जो कह लो कि वर्ड बाय वर्ड ट्रांसलेशन जाने हैं। संत जना का छोहरा, तिस चरणी लाग। संत बिरती जो इंसान मनुख, जो चंगेरे लोग ने, उन्हां दा कोई गुलाम भी मिल जाए तो गुरु अर्जन साहब कहते, मैं उहदे चरनी लाग, मैं उहदे पैर फड़दा, मैं उहदे पैरों ते मत्था टेकदा, मैं उन्होंने हाईएस्ट रिस्पैक्ट पे करदा।
ਇਹਦੇ ਮੁਕਾਬਲਤਨ ਰਾਜੇ ਦੀ ਬਾਤ ਹੋਏਗੀ, ਛਤਰਪਤੀ ਦੀ ਬਾਤ ਹੋਏਗੀ, ਉਹ ਸਾਰੇ ਰੂਪ ਵਿੱਚ ਬਾਤ ਆਏਗੀ। ਹੁਣ ਇਹਦਾ ਆਸ਼ਾ ਸਮਝੀਏ। ਪਹਿਲੇ ਪੜਾਅ ਵਿੱਚ ਤੇ ਹੈ ਕਿ ਸਾਰੇ ਸ਼ਬਦ ਨੂੰ ਤੁਸੀਂ ਦੇਖੋਗੇ ਤੇ ਸ਼ਬਦ ਦੇ ਵਿੱਚ ਦੋ ਰੰਗ ਤੁਹਾਨੂੰ ਜ਼ਾਹਰਾ ਤੌਰ ਤੇ ਮਿਲ ਜਾਣਗੇ। ਇੱਕ ਤੇ ਸੇਵਾ ਦਾ ਸੰਕਲਪ ਮਿਲੇਗਾ, ਦੂਸਰਾ ਜੇ ਥੋੜੀ ਇਸ ਨੂੰ ਹੋਰ ਡੀਪ ਲੈਵਲ ਤੇ ਡਿਟੇਲਡ ਵੇ ਨਾਲ ਵੇਖਾਂਗੇ, ਇੱਕ ਵਿਲਾਸੀ ਜ਼ਿੰਦਗੀ, ਮਤਲਬ ਦੂਜਿਆਂ ਤੋਂ ਆਪਣੀ ਸੇਵਾ ਕਰਾਣੀ, ਇਹਨੂੰ ਬੰਦਾ ਰਾਜ ਭਾਗ ਭੋਗਣਾ ਸਮਝਦਾ ਆ। ਸਿੱਖੀ ਆਸ਼ੇ ਦੇ ਵਿੱਚ ਸੈਲਫ ਡਿਪੈਂਡੈਂਸੀ ਦੀ ਗੱਲ ਕੀਤੀ ਗਈ ਹੈ। ਜੇ ਆਪਾਂ ਪੂਰੇ ਸਿੱਖ ਸਕੂਲ ਆਫ ਥਾਟ ਦੀ ਜਿਹੜੀ ਉਸ ਖਿੱਤੇ ਦੇ ਵਿੱਚ ਆਮਦ ਹੋਈ ਤੇ ਗੁਰੂ ਸਾਹਿਬ ਨੇ ਜੋ ਚੇਂਜਸ ਲੈ ਕੇ ਆਏ, ਜਿਨ੍ਹਾਂ ਨੂੰ ਇੱਕ ਕੰਪਲੀਟ ਟਰਾਂਸਫਰਮੇਸ਼ਨ ਕਿਹਾ ਜਾਂਦਾ ਆ, ਉਹ ਕਿਸੇ ਸਿਰਫ ਨਿਜ਼ਾਮ ਨੂੰ ਬਦਲਣ ਦੀ ਗੱਲ ਨਹੀਂ ਹੈ ਕਿ ਮੁਗਲ ਹਟਾ ਕੇ ਤੇ ਕੋਈ ਹੋਰ ਗੱਦੀ ਤੇ ਬਿਠਾ ਦਿੱਤਾ ਤੇ ਸਭ ਚੀਜ਼ਾਂ। ਇਹ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਚ ਵੇਖ ਲਿਆ ਗਿਆ ਸੀਗਾ ਕਿ ਜੇ ਲੋਕ ਮੁਹਾਜ ਆਪਣੀ ਸ਼ਕਤੀ ਪਹਿਚਾਣ ਲਏ ਤੇ ਉਹਨਾਂ ਨੂੰ ਵਿਜ਼ਨ ਦੇ ਦਿੱਤਾ ਜਾਏ, ਟ੍ਰੇਨਿੰਗ ਦੇ ਦਿੱਤੀ ਜਾਏ, ਰਿਸੋਰਸਸ ਪ੍ਰੋਵਾਈਡ ਕਰ ਦਿੱਤੇ ਜਾਣ ਤੇ ਉਹ ਜੇਤੂ ਹੋ ਸਕਦੇ ਨੇ। ਗੁਰੂ ਸਾਹਿਬ ਨੇ 4 ਜੰਗਾਂ ਜਿੱਤੀਆਂ, ਪਰ ਉਸ ਤੋਂ ਬਾਅਦ ਕਿਹਾ ਕਿ ਹਥਿਆਰ ਸੰਤੋਖ ਦਿੱਤੇ। ਚਲੋ ਪੋਥੀ ਸੰਤੋਖੀ ਤੇ ਠੀਕ ਆ, ਪਰ ਹਥਿਆਰ ਸੰਤੋਖਣੇ ਇਹਦਾ ਮਾਇਨਾ ਕੀ ਹੈ? ਇਹਦਾ ਮਾਇਨਾ ਇਹ ਹੈ ਕਿ ਕੋਈ ਮਾਰ ਕਾਟ ਫੈਲਾ ਕੇ ਮਨੁੱਖਾਂ ਨਾਲ ਲੜਾ ਕੇ ਕੋਈ ਆਪਣੀ ਸਥਾਪਤੀ ਕਰਨ ਵਾਲੀ ਗੱਲ ਥੋੜ੍ਹਾ ਸੀ ਉਹਦੇ ਵਿੱਚ। ਗੱਲ ਤੇ ਇਹ ਸੀਗਾ ਕਿ ਲੌਂਗ ਰਨ ਦੇ ਵਿੱਚ ਇੱਕ ਐਸਾ ਸਮਾਜ ਬਣੇ ਜਿਹੜਾ ਮਨੁੱਖਵਾਦੀ ਹੋਏ, ਕਿਸੇ ਖਾਸ ਸੋਚ ਦੇ ਵਿੱਚ ਪੈ ਕੇ ਤੇ ਜੋ ਮਨੁੱਖੀ ਕਦਰਾਂ ਕੀਮਤਾਂ ਨੇ ਉਹਦੇ ਤੋਂ ਨਾ ਨੀਵਾਂ ਹੋ ਜਾਏ, ਉਹਦੇ ਤੋਂ ਗਰਕ ਨਾ ਜਾਏ। ਤੇ ਇਹ ਪੋਸੀਬਿਲਿਟੀ ਰਹਿੰਦੀ ਹੈ। ਆਪਾਂ ਨਾਰਥ ਅਮਰੀਕਨ ਖਿੱਤੇ ਦੇ ਵਿੱਚ ਕੈਨੇਡੀਅਨ ਮਮਾਲਿਕ ਵਿੱਚ ਬੈਠੇ ਹਾਂ। ਕੈਨੇਡਾ ਦੇ ਬਾਰੇ ਅਕਸਰ ਮੰਨਿਆ ਜਾਂਦਾ ਹੈ ਕਿ ਇਟਸ ਹੈਵਨ ਔਨ ਦਿਸ ਅਰਥ, ਮਤਲਬ ਇੱਕ ਸਵਰਗ ਵਰਗਾ ਮੁਲਕ ਆ। ਹੈਲਥ ਕੇਅਰ ਸਿਸਟਮ ਨੂੰ ਲੈ ਲਓ ਤੁਸੀਂ, ਵੈਲਫੇਅਰ ਸਿਸਟਮ ਨੂੰ ਲੈ ਲਓ ਤੁਸੀਂ ਇੱਥੇ ਹਰ ਲੈਵਲ 'ਤੇ, ਈਵਨ ਕਈ ਵਾਰੀ ਜੋ ਅਸੀਂ ਥੋੜ੍ਹੇ ਟਰੈਡੀਸ਼ਨਲ ਵੇ ਨਾਲ ਸੋਚ ਰੱਖਦੇ ਹਾਂ, LGBTQ ਦੀਆਂ ਜਦੋਂ ਰਾਈਟਸ ਦੀ ਗੱਲ ਆਉਂਦੀ ਆ, ਹੋਰ ਬਹੁਤ ਸਾਰੀਆਂ, ਇਹਨਾਂ ਸਾਰਿਆਂ ਦੇ ਚੈਂਪੀਅਨ ਰਿਹਾ ਇਹ ਖਿੱਤਾ ਸਾਰੇ ਦਾ ਸਾਰਾ, ਇਹ ਸੋਇਲ ਜਿਹੜੀ ਕੈਨੇਡੀਅਨ ਸੋਇਲ ਆ। ਪਰ ਇਸ ਦੇ ਬਾਵਜੂਦ ਵੀ ਜੇ ਕਿਹਾ ਜਾਏ ਕਿ ਸੁਸਾਇਟੀ ਐਟ ਹੋਲ ਜਿਹੜੀ ਹੈ ਉਹਦੇ 'ਚ ਡਿਸਕ੍ਰਿਮੀਨੇਸ਼ਨ ਐਲੀਮੀਨੇਟ ਹੋ ਗਿਆ, ਐਸਾ ਨਹੀਂ। ਜੇ ਹੁੰਦਾ ਤਾਂ ਕਿਊਬਿਕ ਦੇ ਵਿੱਚ ਜਿਹੜਾ ਰਿਲੀਜੀਅਸ ਸਿੰਬਲ ਵਾਲਾ ਲਾ ਲਿਆਂਦਾ ਗਿਆ, ਜਿਹਦੇ ਖਿਲਾਫ ਜਿਹੜੇ ਬਿਲਕੁਲ ਕਹਿ ਲਓ ਕਿ ਥੋੜ੍ਹੀ ਜਿਹੀ ਵੀ ਸਮਝ ਰੱਖਣ ਵਾਲੇ ਲੋਕ ਨੇ, ਉਹ ਇਹ ਕਹਿ ਰਹੇ ਨੇ ਕਿ ਗਲਤ ਹੈ ਭਾਈ ਫੋਰਸਫੁਲੀ। ਫਿਰ ਫਰਕ ਕੀ ਹੋਇਆ? ਤਾਲਿਬਾਨ ਫੋਰਸਫੁਲੀ ਕਹਿੰਦਾ ਮੈਂ ਜੋ ਹਿਜਾਬ ਪਵਾਉਣਾ ਆ, ਬੁਰਕਾ ਪਵਾਉਣਾ ਆ, ਤੇ ਇੱਥੇ ਇੱਕ ਲਾ ਫੋਰਸਫੁਲੀ ਕਹਿੰਦਾ ਕਿ ਮੈਂ ਲਵਾਉਣਾ ਆ। ਦੈਟਸ ਵਾਟਸ ਦ ਡਿਫਰੈਂਸ? ਰੈਡੀਕਲਿਜ਼ਮ ਤੇ ਦੋਵਾਂ ਥਾਵਾਂ ਤੇ ਆ ਗਿਆ। ਇੱਕ ਇਸ ਲਾਂ ਹੇਠ ਆ ਗਿਆ ਕਿ ਮੈਂ ਰਿਲੀਜਨ ਨੂੰ ਐਕਸਰਸਾਈਜ਼ ਕਰਾਉਣੀ, ਇੱਕ ਕਹਿ ਰਿਹਾ ਕਿ ਨੋ 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 ਮੈਂ ਰਿਲੀਜਨ ਦੀ ਐਕਸਰਸਾਈਜ਼ ਹੀ ਨਹੀਂ ਕਰਾਉਣੀ, ਮੈਂ ਕਰਨੀ ਨਹੀਂ ਦੇਣੀ। ਸੋ ਇਹ ਦੋਨੋਂ ਚੀਜ਼ਾਂ ਦੇ ਵਿੱਚ ਇਸ ਰੂਪ ਵਿੱਚ ਦੇਖਿਆ ਜਾਏ ਤੇ ਫਰਕ ਲੋਕ ਕਹਿ ਰਹੇ ਇਸ ਰੂਪ ਦੇ ਵਿੱਚ, ਪਰ ਇਹ ਪੋਸੀਬਿਲਿਟੀ ਹੈ ਅੱਜ ਦੇ ਇਸ ਮੁਹਾਜ 'ਚ, ਕੈਨੇਡੀਅਨ ਸੋਇਲ ਦੇ ਉੱਤੇ, ਇਸ ਕਿਸਮ ਦੇ ਨਾਲ ਜਿਹਦੇ 'ਚ ਹਿਊਮਨ ਰਾਈਟਸ ਦੇ ਚੈਂਪੀਅਨ ਹੋਣ ਦੀ ਗੱਲ ਕੀਤੀ ਗਈ। ਦੁਨੀਆ ਭਰ ਤੋਂ ਜਿਨ੍ਹਾਂ ਲੋਕਾਂ ਨੂੰ ਪੋਲੀਟੀਕਲੀ, ਰਿਲੀਜੀਅਸਲੀ, ਕਲਚਰਲੀ ਕਿਸੇ ਕਿਸਮ ਦਾ ਇਸ਼ੂ ਆਵੇ, ਜਿਸ ਖਿੱਤੇ ਨੇ ਰਿਫਿਊਜ ਦਿੱਤਾ, ਜਿਸ ਖਿੱਤੇ ਨੇ ਕਿਹਾ ਕਿ ਓਕੇ ਯੂ ਕੈਨ ਗੈਟ ਸ਼ੈਲਟਰ ਹੇਅਰ, ਯੂ ਕੈਨ ਐਕਚੁਅਲੀ ਜਿਹੜਾ ਹੈਗਾ ਉਹ ਇੱਥੇ ਆ ਕੇ ਆਪਣੀ ਜਿਹੜੀ ਉਸ ਤਰੀਕੇ ਦੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਮੌਜੂਦ ਸੀ ਉੱਥੇ ਪੋਸੀਬਿਲਿਟੀ ਮੌਜੂਦ ਹੈ ਕਿ ਉਹ ਮਨੁੱਖ ਨੂੰ ਪੂਰਨ ਰੂਪ ਵਿੱਚ ਤਬਦੀਲ ਹੋਣ ਲੱਗਿਆ ਬਹੁਤ ਸਮਾਂ ਲੱਗਦਾ ਹੈ। ਅਲਟੀਮੇਟਲੀ ਜਿਹੜਾ ਕਲੋਨੀਅਲ ਇੰਪੈਕਟ ਆ, ਜਿਹੜਾ ਭਾਵੇਂ ਉਹ ਕਿਸੇ ਰੂਪ ਵਿੱਚ ਵੀ ਹੋਏ, ਉਹ ਮੌਜੂਦ ਆ। ਤੇ ਗੁਰੂ ਬਾਬਾ ਜੀ ਸਮਝਦੇ ਨੇ ਕਿ ਇੱਕ ਕਮਿਊਨਿਟੀ ਦੇ, ਸੁਸਾਇਟੀ ਦੇ 'ਚ ਇੱਕ ਦੂਜੇ ਦੇ ਖਿਲਾਫ ਬਿਟਰਨੈਸ ਜਿਹੜੀ ਹੈ ਉਹ ਵਕਤ ਦੇ ਨਾਲ ਕ੍ਰੀਏਟ ਹੁੰਦੀ ਹੈ। ਹੁਣ ਸਪੋਜ਼ ਕਰੋ ਇੱਕ ਸਿੱਖ ਸਰੂਪ ਵਾਲਾ ਬੰਦਾ ਗੈਰ ਸਿੱਖ ਸਰੂਪ ਵਾਲੇ ਬੰਦਿਆਂ ਤੇ ਜ਼ੁਲਮ ਕਰਦਾ, ਤੇ ਗੈਰ ਸਿੱਖ ਸਰੂਪ ਵਾਲਾ ਬੰਦਾ ਸੋਚੇਗਾ ਸਿੱਖ ਜ਼ਾਲਮ ਹੈ,
ਹਾਲਾਂਕਿ ਉਹਦਾ ਇੰਡੀਵਿਜੂਅਲ ਆਪਣਾ ਬਿਹੇਵੀਅਰ ਹੋ ਸਕਦਾ ਉਸ ਰੂਪ ਦੇ ਵਿੱਚ, ਜਾਂ ਉਹ ਦੂਸਰੇ ਸਿੱਖ ਸਰੂਪ ਵਾਲੇ ਬੰਦਿਆਂ ਨੂੰ ਇਹ ਕਹਿ ਰਿਹਾ ਹੋਏ ਕਿ ਮੈਂ ਤੁਹਾਡੇ ਵਾਸਤੇ ਚੰਗਾ ਕੰਮ ਕਰ ਰਿਹਾ, ਉਹਨਾਂ ਨੂੰ ਕਿਸੇ ਰੂਪ ਦੇ ਵਿੱਚ। ਹੁਣ ਜੇ ਹਿਟਲਰ ਨੇ ਮਾੜਾ ਕੀਤਾ, ਸਾਰੇ ਜਰਮਨਸ ਥੋੜ੍ਹਾ ਮਾੜੇ ਹੋ ਗਏ। ਡਿਸਟਿੰਗੁਇਸ਼ ਕਰਨਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਇਹ ਸਾਰਾ ਗੁਰੂ ਬਾਬਾ ਜੀ ਨੇ ਸਿਖਾਇਆ। ਅਦਰਵਾਈਜ਼ ਹੋਣਾ ਕੀ ਸੀਗਾ, ਜਿਵੇਂ ਜਿਵੇਂ ਸਿੱਖ ਰਜੀਮ ਪਾਵਰ ਵਿੱਚ ਆਉਂਦਾ, ਸਭ ਤੋਂ ਪਹਿਲਾਂ ਮਸੀਤਾਂ ਤੋੜਦਾ ਸਾਰੀਆਂ, ਸਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰਦਾ, ਵੀ ਬਸ ਇਹ ਸਾਡੇ ਵੈਰੀ ਨੇ। ਇਹ ਫਰਕ ਕਰਨਾ ਸਿਖਾਇਆ ਗੁਰੂ ਸਾਹਿਬ ਨੇ ਕਿ ਮਨੁੱਖਵਾਦੀ ਹੋਣਾ ਆ। ਜੇ ਅੱਜ ਇੱਕ ਪਾਵਰਫੁਲ ਰਜੀਮ ਦੂਸਰੇ ਨੂੰ ਮਾਰ ਰਿਹਾ ਹੈ, ਤਾਂ ਮਤਲਬ ਇਹ ਨਹੀਂ ਕੱਲ ਨੂੰ ਤੁਸੀਂ ਉੱਥੇ ਚਲੇ ਗਏ ਤੁਸੀਂ ਉਹਨਾਂ ਨੂੰ ਮਾਰੋਗੇ। ਹਥਿਆਰ ਸੰਤੋਖ ਦਿੱਤੇ, ਤਿਆਰੀ ਹੋ ਰਹੀ ਹੈ ਇੱਕ ਵੱਡੇ ਖਾਲਿਸ ਮਨੁੱਖ ਦੀ, ਜਿਹਦੀ ਸੋਚ 'ਚ ਬਿਲਕੁਲ ਕਾਣ ਨਾ ਰਹਿ ਜਾਏ। ਤੇ ਫਿਰ ਇਹ ਕਾਣ ਤਾਂ ਨਹੀਂ ਰਹੇਗੀ ਜੇ ਬੰਦਾ ਕਿਸੇ ਨੂੰ ਗੁਲਾਮ ਬਣਾਉਣ ਵਾਲੀ ਪ੍ਰਵਿਰਤੀ 'ਚੋਂ ਬਾਹਰ ਆਵੇਗਾ। ਤੇ ਅੱਜ ਦੇ ਮੁਹਾਜ 'ਚ ਵੀ ਦੇਖੋ ਤੁਸੀਂ, ਅਲਟਰਾ ਰਿਚਨੈਸ ਦੀ ਗੱਲ ਹੋ ਰਹੀ ਹੈ, ਬੇਤਹਾਸ਼ਾ ਪੈਸਾ ਸਰਮਾਇਆ ਜੋੜਨ ਦੀ ਗੱਲ ਹੋ ਰਹੀ, ਉਸ ਸਾਰੇ ਰੂਪ ਵਿੱਚ ਬਾਤ ਹੋ ਰਹੀ ਹੈ। ਚਲੋ ਅਸੀਂ ਤੇ ਲੋਕ ਜਿਹੜੇ ਹੈਗੇ ਆ, ਖਾਸ ਕਰਕੇ ਜੇ ਆਪਾਂ ਆਪਣੀ ਬਾਤ ਕਰੀਏ, ਤੇ ਹਾਲਾਤਾਂ ਦੇ ਫੰਡੇ ਹੋਏ ਲੋਕ ਆ ਬਹੁਤ ਆਇਤ। ਪਹਿਲਾਂ ਕਲੋਨੀਅਲ ਪੀਰੀਅਡ ਦਾ ਇੰਪੈਕਟ ਪਿਆ ਸਾਡੇ ਉੱਤੇ, ਜਿਸ ਵਕਤ ਬ੍ਰਿਟਿਸ਼ ਰੂਲਰਸ ਪਹੁੰਚੇ ਉੱਥੇ। ਉਸ ਤੋਂ ਬਾਅਦ ਡਿਊ ਟੂ ਇੱਕ ਵਿਚਾਰਧਾਰਾ ਕਰਕੇ ਸੰਘਰਸ਼ਸ਼ੀਲ ਰਹੇ ਅੰਗਰੇਜ਼ਾਂ ਦੇ ਨਾਲ। ਅੰਗਰੇਜ਼ ਆਪਣੇ ਇੰਟਰਸਟ ਨੂੰ ਫੁਲਫਿਲ ਕਰਦਿਆਂ ਹੋਇਆਂ ਤੇ ਕੁਝ ਉੱਥੋਂ ਦੇ ਸਾਰੇ ਮਾਹੌਲ ਦੇ ਵਿੱਚ ਜਕੜੇ ਹੋਏ, ਇੱਕ ਐਸਾ ਕੰਮ ਕਰਕੇ ਉਹ ਸਾਡਾ ਵਿਚਕਾਰੋਂ ਖਿੱਤਾ ਵੰਡ ਕੇ ਤੇ ਅੱਧੇ ਉਸ ਪਾਸੇ ਤੇ ਅੱਧੇ ਉਸ ਪਾਸੇ, ਤੇ ਪੰਜਾਬ ਆਲਮੋਸਟ ਜਿਹੜਾ ਹੈਗਾ ਉਹ ਅਧਰੰਗ ਹੋ ਗਿਆ ਉਹਨੂੰ। ਉਸ ਤੋਂ ਬਾਅਦ ਜਿਸ ਪਾਸੇ ਸਾਡੀ ਆਮਦ ਹੋਈ ਵੱਡੀ ਗਿਣਤੀ ਦੇ ਰੂਪ ਦੇ ਵਿੱਚ, ਉਸ ਪਾਸੇ ਆਪਣੀ ਸਟਰਗਲ ਸ਼ੁਰੂ ਹੋ ਗਈ। ਉੱਥੇ ਆਪਣੀ ਹੋਂਦ ਵਾਸਤੇ, ਆਪਣੇ ਸਰਵਾਈਵਲ ਵਾਸਤੇ ਫਿਰ ਦੁਬਾਰਾ ਪੋਲੀਟੀਕਲੀ ਉਹ ਮੁਹਾਜ ਸਾਰਾ ਵਿੱਢਿਆ ਗਿਆ। ਤੇ ਅਲਟੀਮੇਟਲੀ ਡਿਊ ਟੂ ਡਰਟੀ ਵੋਟ ਪੋਲੀਟਿਕਸ ਕਰਕੇ ਮਾਈਨੋਰਿਟੀ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ, ਤੇ ਉਹ ਅਸੀਂ ਵਿਕਟਿਮ ਬਣੇ। ਉਹ ਸਾਰੇ ਵਿੱਚੋਂ ਵੱਡਾ ਹਿੱਸਾ ਸਾਡਾ ਇੱਧਰ ਨੂੰ ਆਇਆ, ਕਿਉਂਕਿ ਬਿਲਕੁਲ ਅਦਰਵਾਈਜ਼ ਜੇ ਆਪਾਂ ਦੇਖੀਏ ਪੁਰਾਣੇ ਰੂਪ ਦੇ ਵਿੱਚ, ਤੇ ਜਿਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ, ਮਿਹਨਤਕਸ਼ ਲੋਕ, ਉਹਨਾਂ ਨੂੰ ਕਿਸ ਚੀਜ਼ ਦੀ ਕਮੀ ਹੈ? ਮੈਂ ਤੇ ਇੱਥੇ ਆਏ ਹੋਏ ਬੱਚਿਆਂ ਨੂੰ ਦੇਖਦਾ, 5-5, 7-7 ਸਾਲਾਂ ਦੇ ਵਿੱਚ ਘਰ ਵੀ ਬਣਾ ਲੈਂਦੇ ਨੇ, ਵਧੀਆ ਜ਼ਿੰਦਗੀ ਵੀ ਸਾਰੀ। ਤੇ ਜੇ ਉੱਥੇ ਉਹਨਾਂ ਕੋਲ ਰਿਸੋਰਸਿਸ ਹੁੰਦੇ ਤਾਂ ਕਰ ਨਾ ਸਕਦੇ ਹੋ ਇਸ ਤੋਂ ਕਿਤੇ ਵਧੀਆ ਕਰ ਲੈਂਦੇ। ਐਂਡ ਆਫ ਦਾ ਡੇ ਤੇ ਗੱਲ ਇਹ ਹੈ ਕਿ ਜਿਹਨਾਂ ਨੂੰ ਅਪੋਰਚੁਨਿਟੀ ਨਹੀਂ ਮਿਲਣੀ, ਰਿਸੋਰਸਿਸ ਹੀ ਨਹੀਂ ਮਿਲਣੇ, ਕੁਛ ਨਹੀਂ ਮਿਲਣਾ, ਤੇ ਫਿਰ ਕੀ ਹੋਏਗਾ? ਉਸ ਰੂਪ ਦੇ ਵਿੱਚ ਜਿਹੜਾ ਆ ਡਾਇਸਪੋਰਾ ਨੂੰ ਲੋਕਾਂ ਨੇ ਆਉਣਾ, ਇਹ ਸਭ ਕੀਤਾ ਇਸ ਢੰਗ ਦੇ ਨਾਲ। ਪਰ ਜਿਹੜੀ ਮੌਲਿਕ ਬੇਨਤੀ ਕਰਨ ਲੱਗਾ ਸੀ ਉਹ ਇਹ ਕਿ ਜੇ ਆਪਾਂ ਇਸ ਖਿੱਤੇ ਦੇ ਹਾਲਾਤ ਦੇਖਦੇ ਹਾਂ, ਤੇ ਇਸ ਖਿੱਤੇ ਦੇ ਹਾਲਾਤਾਂ ਦੇ ਵਿੱਚ ਇਹ ਹੈਗਾ ਕਿ ਨੋ ਡਾਊਟ ਕੁਝ ਹਿਊਮਨ ਲਾਈਫ ਦੀ ਵੈਲਿਊ ਹੈ, ਚੰਗੇਰਾਪਨ ਆ, ਪਰ ਫਿਰ ਵੀ ਇੱਕ ਐਲੀਟ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦਿਆਂ ਹੋਇਆਂ ਜਿਹੜਾ ਇਸ ਤੋਂ ਬਾਹਰ ਵਾਲਾ ਖਿੱਤਾ ਆ, ਉਹ ਭਾਵੇਂ ਅਫਰੀਕਾ ਆ, ਏਸ਼ੀਆ ਆ, ਹੋਰ ਅਰੇਬਿਕ ਵਰਲਡ ਆ, ਉਹ ਸਾਰੇ ਦੇ ਵਿੱਚ ਮੁਸ਼ਕਿਲਾਂ ਮੁਸੀਬਤਾਂ ਹੈ ਨੇ, ਤੇ ਥੋੜ੍ਹੀ ਜਿੱਥੋਂ ਘੁਰਕੀ ਮਾਰਿਆਂ ਵੀ ਠੀਕ ਕਰ ਸਕਦੇ ਨੇ, ਐਸਾ ਨਹੀਂ ਹੈਗਾ। ਪਰ ਇਟਸ ਓਕੇ, ਕਿਉਂਕਿ ਉੱਥੋਂ ਜਿਹੜਾ ਹੈਗਾ ਸਸਤੀ ਲੇਬਰ ਮਿਲ ਰਹੀ ਹੈ, ਸਸਤਾ ਸਮਾਨ ਮਿਲ ਰਿਹਾ, ਸਭ ਇਹ ਵੀ ਇੱਕ ਨਵੀਂ ਗੁਲਾਮ ਬਿਰਤੀ ਸ਼ੁਰੂਆਤ ਕੀਤੀ ਗਈ। ਪਰ ਮੌਲਿਕ ਗੱਲ ਇਹ ਕਿ ਕਿਸੇ ਨੂੰ ਗੁਲਾਮ ਬਣਾ ਕੇ ਆਪ ਸੁੱਖ ਮੰਨਣਾ ਸਿੱਖ ਨੇ ਪਸੰਦ ਨਾ ਕੀਤਾ, ਨਾ ਸਿੱਖੀ ਆਸ਼ੇ ਨੇ ਸਿਖਾਇਆ। ਜੇ ਆਪਾਂ ਅੱਜ ਪੜ੍ਹਦੇ ਹਾਂ, ਕੁਝ ਸਾਡੇ ਕੋਲ ਹੁਣ ਨਵੇਂ ਸੋਰਸਿਸ ਆਏ ਨੇ ਜਿਨ੍ਹਾਂ 'ਚ ਕੁਝ ਇਨਫੋਰਮੇਸ਼ਨ ਆ ਰਹੀ ਹੈ। ਵੈਟੀਕਨ ਸਿਟੀ ਤੋਂ ਕੁਝ ਸੱਜਣਾਂ ਨੇ ਪੇਪਰ ਕਢਵਾਏ, ਗੁਰੂ ਨਾਨਕ ਸਾਹਿਬ ਦੀ ਜਿਹੜੀ ਅਰਬ ਫੇਰੀ ਸੀਗੀ ਉਹਦੇ ਦੌਰਾਨ ਬਿਲਕੁਲ ਡੇਟਸ ਮੈਚ ਕਰਦੀਆਂ ਨੇ। ਵੈਟੀਕਨ ਸਿਟੀ ਕਹਿੰਦਾ ਹੈ ਕਿ ਇੱਕ ਈਸਟਰਨ ਖਿੱਤੇ ਦੇ ਵਿੱਚੋਂ ਇੱਕ ਸੇਂਟਲੀ ਪਰਸਨੈਲਿਟੀ ਆਈ ਸੀ ਇੱਥੇ, ਐਂਡ ਹਿਜ਼ ਨੇਮ ਵਾਜ਼ ਨਾਨਕੇ, ਜਿਵੇਂ ਫਰੈਂਚ 'ਚ ਲਿਖਦੇ ਨੇ ਉਹ। ਅਤੇ ਉੱਥੋਂ ਉਹ ਸੋਚਦੇ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਦੀ ਗੱਲ ਹੋ ਰਹੀ ਹੈ ਇੱਥੇ। ਦੇ ਆਰ ਐਕਚੁਅਲੀ ਥਿੰਕਿੰਗ ਲਾਈਕ ਦੈਟ। ਅਜੇ ਪ੍ਰੋਪਰਲੀ ਤਾਂ ਬੜੀ ਲੰਮਾ ਚੌੜਾ ਕੰਮ ਕਰਨ ਦੀ ਲੋੜ ਹੈ। ਅਤੇ ਪਹਿਲੀ ਵਾਰੀ ਹੋਇਆ ਕਿ ਵੈਟੀਕਨ ਸਿਟੀ ਦੇ ਅੰਦਰ ਆ ਕੇ ਕਿਸੇ ਨੇ ਉਹਨਾਂ ਨੂੰ ਇੱਕ ਚੈਲੰਜ ਕੀਤਾ, ਕਿ ਚੈਲੰਜ ਇਹ ਕੀਤਾ ਕਿ ਉਹਦੇ ਸਾਰੀ ਉਹ ਜਿਹੜੀ ਡਿਟੇਲ ਮਿਲਦੀ ਹੈ, ਅਤੇ ਉਹ ਇਹ ਮਿਲਦਾ ਹੈ ਕਿ ਮਹਾਰਾਜ ਇਹਨਾਂ ਨੂੰ ਉੱਥੋਂ ਦੇ ਜਿਹੜੇ ਬਿਸ਼ਪ ਸੀਗੇ ਜਾਂ ਜਿਹੜੇ ਮੇਨ ਉੱਥੋਂ ਦੇ ਕਲਰਜੀ ਸੀਗੇ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਸ਼ਹਿਰ ਨੂੰ ਕੀ ਕਹਿੰਦੇ ਹੋ? ਉਹ ਕਹਿੰਦੇ ਵੀ ਹੋਲੀ ਸਿਟੀ, ਪਵਿੱਤਰ ਸ਼ਹਿਰ। ਬਾਬਾ ਜੀ ਕਹਿੰਦੇ ਮੈਨੂੰ ਨਹੀਂ ਲੱਗਦਾ ਪਵਿੱਤਰ ਸ਼ਹਿਰ ਹੈ।
ਉਹ ਕਹਿੰਦੇ ਤੂੰ ਕਿਵੇਂ ਕਹਿ ਸਕਦਾ ਪਵਿੱਤਰ ਸ਼ਹਿਰ ਨਹੀਂ ਹੈ? ਬਾਬਾ ਜੀ ਨੇ ਕਿਹਾ ਬਾਹਰ ਬਾਜ਼ਾਰ ਤੇ ਦੇਖੋ ਜਰਾ, ਬਾਜ਼ਾਰਾਂ ਦੇ ਵਿੱਚ ਸਬਜ਼ੀ ਵਿਕੇ, ਸਮਾਨ ਵਿਕੇ, ਹੋਰ ਚੀਜ਼ਾਂ ਜਾਨਵਰ ਵਗੈਰਾ ਵਿਕਣ, ਠੀਕ ਹੈ, ਪਰ ਤੁਹਾਨੂੰ ਬਾਜ਼ਾਰਾਂ 'ਚ ਬੰਦੇ ਵਿਕਦੇ ਨਹੀਂ ਦਿਸਦੇ। ਪਹਿਲੀ ਵਾਰੀ ਕਿਸੇ ਨੇ ਯੂਰਪ ਦੇ ਵਿੱਚ ਜਿਹੜੀ ਹਿਊਮਨ ਸਲੇਵਰੀ ਹੈ, ਖਰੀਦੋ ਫਰੋਖਤ ਹੈ, ਡਾਇਰੈਕਟਲੀ ਇਹਦੇ ਉੱਤੇ ਗੱਲ ਕੀਤੀ। ਇਹ ਉਹਨਾਂ ਨੂੰ ਪਤਾ, ਅਹਿਸਾਸ ਹੋਇਆ ਕਿ ਅੱਛਾ, ਇਜ਼ ਇਟ ਰੋਂਗ? ਅਦਰਵਾਈਜ਼ ਜੇ ਤੁਸੀਂ ਧਾਰਮਿਕ ਲਿਖਾਵਟਾਂ ਵੀ ਪੜ੍ਹੋਗੇ, ਇਬਰਾਹਿਮੀ ਲਿਟਰੇਚਰ ਜਿੰਨਾ ਵੀ ਹੈ, ਕਤੇਬੀ ਲਿਟਰੇਚਰ, ਅੰਜ਼ੀਲ, ਕੁਰਾਨ, ਤੁਰੇਬ ਵਗੈਰਾ ਸਾਰੇ, ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਬੰਦੇ ਦੀ ਖਰੀਦੋ ਫਰੋਖਤ ਆ ਉਹਦੀ ਬੜੀ ਡਿਟੇਲ 'ਚ ਗੱਲ ਆ। ਉਹਦੇ 'ਚ ਕਿਸੇ ਤਰੀਕੇ ਨਾਲ ਵੀ ਇਸ ਨੂੰ ਅਨਹਿਊਮਨ ਜਿਹੜਾ ਗਰਦਾਨਿਆ ਨਹੀਂ ਗਿਆ। ਉਹ ਕਹਿੰਦੇ ਪਹਿਲੀ ਵਾਰ ਕਿਸੇ ਨੇ ਕਿਹਾ ਕਿ ਨਾ, ਇਹ ਅਨਹਿਊਮਨ ਆ, ਇਹ ਠੀਕ ਨਹੀਂ ਹੈ। ਗੁਲਾਮ ਬੰਦਾ ਬੰਦੇ ਨੂੰ ਕਿਉਂ ਗੁਲਾਮ ਬਣਾਏ? ਬੰਦਾ ਬੰਦੇ ਨੂੰ ਬਰਾਬਰ ਤੇ ਸਮਝੇ। ਇਹੀ ਜਿਹੜੀ ਇਹ ਸਭ ਮੈਂ ਜੋਤ ਜੋਤ ਹੈ ਸੋਏ ਦਾ ਸੰਕਲਪ ਹੈ। ਇੱਕ ਜੋਤ ਜਾਣਨਾ, ਰੱਬ ਦੀ ਜੋਤ ਜਾਣਨਾ, ਫਿਰ ਕਿਸੇ ਨੂੰ ਕੰਮ ਕਰ ਕਰਕੇ ਵੀ ਮਾੜਾ ਤੇ ਵੱਡਾ ਨਾ ਸਮਝਣਾ। ਇਹੀ ਤੇ ਕਹਿ ਰਿਹਾ ਸੀਗਾ ਬ੍ਰਾਹਮਣਵਾਦ ਦਾ ਨਿਜ਼ਾਮ ਜਿਹੜਾ ਆ, ਕਿ ਜਿਹਦੇ 'ਚ ਕਹਿੰਦੇ ਸੀਗੇ ਕਿ ਹਾਂ ਰਵਿਦਾਸ ਕਿਉਂਕਿ ਇਹ ਜੁੱਤੀਆਂ ਗੰਢਦਾ ਇਸ ਕਰਕੇ ਛੋਟਾ ਆ, ਅਦਨਾ ਆ, ਮਾੜਾ ਆ, ਚਮੜੇ ਦੀ ਕਾਰ ਕਰਦਾ ਆ। ਬਾਬਾ ਜੀ ਨੇ ਕਿਹਾ ਇਹ ਕਿਵੇਂ ਹੋ ਸਕਦਾ? ਕਿਸੇ ਦੇ ਸਮਾਜ ਵਿੱਚ ਕੰਟਰੀਬਿਊਸ਼ਨ ਹੈ, ਕੋਈ ਇਸ ਤਰੀਕੇ ਨਾਲ ਪਾਉਂਦਾ, ਕੋਈ ਇਸ ਤਰੀਕੇ ਨਾਲ ਪਾਉਂਦਾ, ਪਰ ਇਹ ਤੁਹਾਨੂੰ ਕਿਹਨੇ ਹੱਕ ਦੇ ਤੈਨੂੰ ਅਛੂਤ ਕਹੋ? ਇਹਦੇ ਤੋਂ ਇਸ ਤਰੀਕੇ ਨਾਲ ਤੁਸੀਂ ਨਫ਼ਰਤ ਕਰੋ, ਇਹਨੂੰ ਥੱਲੇ ਬਿਠਾਓ, ਇਹਦੇ ਪਰਛਾਵਾਂ ਪੈਣ ਨਾਲ ਚੀਜ਼ਾਂ ਪਿੱਟ ਜਾਣ। ਸੋ ਸਾਰੇ ਦੇ 'ਚ ਇੱਕ ਨਵਾਂ ਰੈਵੋਲੂਸ਼ਨ ਲਿਆਂਦਾ ਤੇ ਇਹ ਤਬਦੀਲੀ ਲਿਆਂਦੀ ਕਿ ਬੰਦਾ, ਜਿਵੇਂ ਗੁਰੂ ਸਾਹਿਬ ਕਰਤਾਰਪੁਰ ਦੀ ਧਰਮਸਾਲ ਵਸਾਉਂਦੇ, ਨਵੀਂ ਬਸਤੀ ਵਸਾਉਣ ਲੱਗੇ, ਕਿਉਂਕਿ ਪੁਰਾਣੀਆਂ ਜਿਹੜਾ ਤਰੀਕੇਕਾਰਤਾ ਆ ਉਹ ਤੇ ਪਰਿਵਾਰ ਵਿੱਚ, ਸਮਾਜ ਵਿੱਚ ਇਤਨੀ ਡਾਢੀ ਪੈ ਚੁੱਕੀ ਹੈ, ਉਸ ਨੂੰ ਕਿਵੇਂ ਤੋੜੋਗੇ ਤੁਸੀਂ? ਸਮਾਜ ਦੀ ਬੰਤਰ ਤੋੜਨੀ ਕੋਈ ਬੱਚਿਆਂ ਦੀ ਖੇਡ ਨਹੀਂ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਬੰਦੇ ਨੇ ਕਹਿ ਤਾ ਤੇ ਟੁੱਟ ਗਈ। ਨੋ ਵੇ। ਹੋਇਆ ਜਦੋਂ ਕਮਿਊਨਿਜ਼ਮ ਆਇਆ ਜਾਂ ਉਹਦਾ ਪ੍ਰਭਾਵ ਕਬੂਲਿਆ, ਤੇ ਸਾਡੇ ਖਿੱਤੇ 'ਚ ਵੀ ਕੁਝ ਲੋਕਾਂ ਨੇ ਕਬੂਲਿਆ। ਉੱਥੇ ਇੱਕ ਸਾਡੇ ਬੜੇ ਨਾਮਵਰ ਲਿਖਾਰੀ ਗੁਰਬਖਸ਼ ਸਿੰਘ, ਉਹਨੇ ਪ੍ਰੀਤ ਲੜੀ, ਇੱਕ ਜਿਹੜਾ ਹੈ ਪ੍ਰੀਤ ਨਗਰ ਵਸਾਉਣ ਦੀ ਟਰਾਈ ਕੀਤੀ, ਸਾਰਾ ਕੁਝ ਐਂਡ ਆਫ ਦਾ ਡੇ ਸਭ ਫੇਲੀਅਰ ਹੋਇਆ, ਆਪਣੇ ਘਰਾਂ 'ਚ ਹੀ ਫੇਲ ਹੋ ਗਏ। ਕਿਉਂਕਿ ਕਾਰਨ ਇਹ ਸੀਗਾ ਕਿ ਜਿਹੜੀ ਸਮਾਜ ਦੀ ਤਬਦੀਲੀ ਹੈ ਕਿਸੇ ਸੋਲਿਡ ਅਧਿਆਤਮੀ ਵਿਚਾਰਧਾਰਾ ਦੇ ਨਾਲ, ਜਿਹਦੇ 'ਚ ਬੰਦੇ ਇੱਕ ਸੈਕਰਟ ਲੈਵਲ ਦੇ ਅੰਦਰ ਕੋਈ ਫੀਲਿੰਗ ਆਵੇ, ਤੇ ਫਿਰ ਜਾ ਕੇ ਚੀਜ਼ਾਂ ਬਦਲਦੀਆਂ। ਬਹਿਰੂਨੀ ਤੌਰ ਤੇ ਥੋੜਾ ਕਿ ਬਾਹਰੋਂ ਮੈਂ ਓਪਰੀਆਂ ਗੱਲਾਂ ਕਰ ਲਵਾਂ, ਤੇ ਅੰਦਰੋਂ ਤੇ ਮੈਂ ਬਦਲ ਹੀ ਨਹੀਂ ਪਾ ਰਿਹਾ, ਕਿਉਂਕਿ ਮੈਂ ਉਸੇ ਕਿਸਮ ਦਾ ਹੀ ਜਿਹੜਾ ਲਾਲਚ ਆ, ਸਵਾਰਥ ਆ, ਹਵਸ ਆ, ਸਭ ਚੀਜ਼ਾਂ ਉੱਥੇ ਟਿਕੀਆਂ ਨੇ। ਬਾਬਾ ਜੀ ਨੇ ਇੱਕ ਨਵੇਂ ਨਗਰ ਦੀ ਵਸੇਬਾ ਕੀਤਾ, ਕਰਤਾਰਪੁਰ। ਉੱਥੇ ਹੁਣ ਹੋਇਆ ਕਿ ਚਲੋ ਅਜੇ ਪਸ਼ੂ ਡੰਗਰ ਆ ਰਹੇ ਨੇ, ਲੋਕ ਵਸ ਰਹੇ ਨੇ ਉੱਥੇ, ਮਤਲਬ ਇਹ ਸਭ ਚੀਜ਼ਾਂ, ਮਕਾਨ ਵਗੈਰਾ ਬਣ ਰਹੇ ਨੇ। ਤੇ ਕਿਹਾ ਗਿਆ ਕਿ ਅਜੇ ਧਰਮਸਾਲ ਦਾ ਹੀ ਪੂਰੀ ਉਸਾਰੀ ਹੋਈ ਸੀ, ਧਰਮਸਾਲ ਦੇ ਵਿੱਚ ਹੀ ਅਜੇ ਕੁਝ ਦਿਨਾਂ ਅਜੇ ਹੋ ਹੀ ਰਿਹਾ ਸੀ, ਕੰਮ ਚੱਲ ਹੀ ਰਿਹਾ ਸੀ, ਤੇ ਚੂਹੀ ਮਰ ਗਈ। ਹੁਣ ਜਿਵੇਂ ਹੀ ਉੱਥੇ ਚੂਹੀ ਮਰੀ ਦਿਸੀ, ਤੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ ਬੇਟਾ ਸ਼੍ਰੀ ਚੰਦ ਨੂੰ, ਬੇਟਾ ਸ਼੍ਰੀ ਚੰਦ ਆਪਣੇ ਬੱਚੇ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ, ਬੇਟਾ ਇਸ ਨੂੰ ਚੱਕੋ ਤੇ ਬਾਹਰ ਸੱਟੋ। ਬਾਬਾ ਸ਼੍ਰੀ ਚੰਦ ਨੇ ਚੱਕੀ ਨਹੀਂ। ਉਹ ਕਹਿੰਦੇ ਨਹੀਂ ਪਿਤਾ ਜੀ ਕੀ ਗੱਲ ਕਰ ਰਹੇ ਹੋ, ਇਹ ਮੇਰਾ ਕੰਮ ਨਹੀਂ, ਟ੍ਰੇਨਿੰਗ ਇਹ ਹੈ ਸਮਾਜ ਦੀ। ਮਰੇ ਪਸ਼ੂ, ਮਰੇ ਡੰਗਰ, ਮਰੀ ਚੀਜ਼ ਨੂੰ ਚੱਕਣ ਵਾਲੀ ਇੱਕ ਸਪੈਸ਼ਲ ਜਮਾਤ ਹੈ, ਉਹਨੂੰ ਸੱਦੋ। ਬਾਬਾ ਜੀ ਕਹਿੰਦੇ ਨਾ, ਇਹ ਕੰਮ ਨਹੀਂ ਹੋਏਗਾ, ਸਭ ਆਪੋ ਆਪਣਾ ਕੰਮ ਕਰਨਗੇ, ਕੋਈ ਇੱਥੇ ਗੁਲਾਮ ਨਹੀਂ, ਕੋਈ ਇੱਥੇ ਸਰਦਾਰ ਨਹੀਂ। ਸਿੱਖੀ ਆਸ਼ 'ਚ ਇਹੋ ਹੀ ਤੇ ਚੀਜ਼ ਸਭ ਤਰ੍ਹਾਂ ਦੇ ਨਾਲ ਸਿਖਾਈ ਗਈ। ਗੁਰਦੁਆਰਾ ਸੰਸਥਾ, ਗੁਰੂ ਕੇ ਨਗਰ, ਇਹ ਸਭ ਲੋਕ ਸਾਰੇ ਕੰਮ ਹੀ ਕਰਨਗੇ, ਕੋਈ ਇਹਦੇ 'ਚ ਵੱਡਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ, ਕੋਈ ਜਿਹੜਾ ਉਸ ਰੂਪ ਵਿੱਚ ਨਹੀਂ। ਆਲਮ ਫਾਜ਼ਲ ਲੋਕ, ਭਾਈ ਨੰਦ ਲਾਲ ਸਰੀਖੀਆਂ ਰੂਹਾਂ, ਜਿਨ੍ਹਾਂ ਦੀ ਕਲਮ ਦੀ ਤੁਸੀਂ ਜਿਹੜੀ ਤਾਬ ਦੇਖੋ, ਕਿਆ ਕਮਾਲ ਹੈ। ਮਤਲਬ ਜਦੋਂ ਲਫ਼ਜ਼ ਪਰੋਂਦੇ ਉਸ ਰੂਪ ਵਿੱਚ, ਆਪਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤੁਤੀ 'ਚ ਬਹੁਤ ਕੁਝ ਪੜ੍ਹਿਆ ਹੋਣਾ, ਪਰ ਜਦੋਂ ਤੁਸੀਂ ਇਹ ਰਚਨਾ ਪੜ੍ਹਦੇ ਹੋ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਮੁਰਦੇ 'ਚ ਜਾਨ ਆ ਜਾਂਦੀ, ਖੂਨ ਹਰਕਤ 'ਚ ਆ ਜਾਂਦਾ। ਕਿਆ ਲਫ਼ਜ਼ ਲਿਖੇ ਨੇ। ਐਸੀ ਤਾਂ ਸਿਰਫ ਇੱਕ ਬਣ ਗਈ, ਇਹੋ ਜਿਹੀਆਂ ਸੈਂਕੜੇ ਬਣ ਗਈਆਂ ਉਹਨਾਂ ਨੇ, ਜਿਹੜੀਆਂ ਨੇ ਆਪਣੀ ਕਲਮ ਤੋਂ ਉਸ ਰੂਪ ਵਿੱਚ ਤਰਾਸ਼ ਕੇ ਕੱਢੀਆਂ, ਜਿਹੜੀਆਂ ਸਾਨੂੰ ਹੁਣ ਪ੍ਰਾਪਤ ਹੁੰਦੀਆਂ। ਬਹੁਤ ਸਾਰਾ ਲਿਟਰੇਚਰ ਤੇ ਮਿਲਦਾ ਵੀ ਨਹੀਂਗਾ। ਤੇ ਉਹ ਗੁਰੂ ਮਹਾਰਾਜ ਦੇ ਲੰਗਰਾਂ 'ਚ
बर्तन भी मांजते, लंगर भी पकाते, सेवा भी करते, सब कोई परहेजगारीयत नहीं। कोई लंगर पकाने नाल छोटा नहीं हो जाता, कोई भांडे मांजन नाल गुलाम नहीं बन जाता, कोई मरी चूही चुक के या मरा डंगर चुक के बाहर सट्टन दे नाल नीवा नहीं हो जाता। भाई सब एक काम की आज़ादी, एक नवी फिजा वो सारे की सारी लैके आया उस रूप दे। इस शब्द दे दोहरा रूप है। एक तो सेवा का संकल्प आ कि भाई चंगेरे मनुखां की टहल सेवा करनी चाहिए है। साडे समाज दे विच, ते मैं फिर माफ़ी मंगांगा, व्यक्ति पूजा की गल नहीं है, पर असी प्रभाव कबूलते हैं एक दूसरे का। असी घरां थावां ते आपां एक दिन शब्द विचारे से, मैनूं याद है पूरा डिटेल दे विच। गुरु महाराज शब्द लिखते, निरतन सरतन दोनों भाई, प्रभ की कला न मेटी जाई। परिवारक रिश्ते नूं मैटाफोर च बयान किया दो भरावां दे। ते महाराज की बयान किया, कह लगे कि जो सरतन निरतन कह जाए, दिया आदर लिया बुलाए। जो निरतन सरतन कह जाए, आगे बैठा पीठ फराए। क्या निरतन सरतन दोनों भाई, दोनों भरा ने? तो होया कि अमीर भरा गरीब भरा नूं मिलण वास्ते चला गया, तो गरीब भरा ने की किया, उसने भावें अपनी कोई चीज़ गिरवी रखी या कितों औखा होया किसी तो उधार मंगया, उहदे वास्ते बड़ी स्पैशल जिहड़ी हैगी है उन्होंने चढ़ाया, जी आया क्या, आओ भगत की, वधिया किस्म के पदार्थ बनाए, जी आया, सब उस रूप इस करके कि मेरा भरा आया ना, इस करके क्योंकि अमीर भरा आया। उहदी नज़र दे विच उहदा रुतबा भरा करके नहीं, उहदी दौलत उहदे सरमाए करके। ये समाज इस किस्म की जिथे कान होएगी, डेफिनेटली उत्थे गुण खिर जाएंगे, रिश्ता खिर जाएगा। फिर अगला बचन क्या महाराज कहते, जो निरतन सरतन क्या जाए, आगे बैठा पीठ फिराए। जे किते गरीब अमीर नूं मिलने वास्ते चला गया, तो अमीर ने अंदरों विंडो चों देखा भी आ रहा, मैनूं मिलने वास्ते दरवाजा बंद कर लिया, या बहाना बना दिता, या बच्चे नूं कहता कह दे घर नहीं हैगा डैड, मैं तो है ही नहीं घरे। काहदे लई? क्योंकि सवाल लैके आया होना कोई। सो ये जिहड़ा रूप आ, ये वितकरा कित्थों आ रहा आ? बाबा जी ने क्या मनुख नूं मनुख जात के मिले। इत्थे एक नवे किस्म की बात की गई। हाँ, बाकी गल ये है, सत्कार देना किसी नूं, सत्कार दिओ उहदे गुणा करके। हुण गुणात्मक पक्ष जे ते गुणा च वड्डे लैवल ते सिर्फ कोई हाईली एजुकेटेड या उन्होंने सत्कार दिता गया, ठीक है भाई, एजुकेशन का वह मरातबा यह है कि वो कोई अर्निंग एंड स्ट्रोंग आ, वो कोई चंगा प्रोफैशनल आ, ये ठीक है। पर मौलिक गल यह है, जीवन दीयां कदरां कीमतां दा की कीता जाए। जिथे जिंदगी दीयां चंगेरियां कदरां कीमतां ने, जिथे बंदे दे कोल शुभ गुण ने, बैराग, धर्म, धीरज, उच्चा किरदार, उच्चा सूहज, उच्ची सोच, प्रेम, सब वास्ते खलूस, भला भाव, कोई धर्म की आभा, उत्थे सत्कार होए। जे उत्थे सत्कार उस लैवल ते देवांगे, उहदा प्रभाव साडा मन कबूलेगा, साडा समाज, साडा परिवार कबूलेगा। जदों असीं इहो जे लोकां दा आला दुआला मिटा दिता या उन्हां नूं सत्कार अदब देना बंद कर दिता, तो होया समाज च कि इन्हां चीज़ां तो गिरावट आ गई। इत्थे क्या कोई नहीं पुछदा, इत्थे लोग पुछदे चलाकां नूं, इत्थे लोग पुछदे अमीरां नूं, इत्थे लोग पुछदे जिहड़े लोग किसी तरीके दे नाल साडा कोई स्वार्थ पूरा कर सकदे। जिथे कोई इंसान ते इंसानी गुणां दी, कोई धर्म ते धर्मी गुणां दी बात हुंदी, उत्थे कोई सत्कार नहीं। गुरु अर्जन साहब कहते ना, संत जना का छोहरा तिस चरणी लाग। जे कोई संत बिरती इंसान होए तो ओदी संत बिरती इंसान दी छड्डो, ओदे गुलाम नूं भी मैं ओदे चरनां ते मत्था टेकां। भाव मेरे हिरदे दे विच संत रूप दा सत्कार है, मेरे हिरदे दे विच शुभ गुणां दा सत्कार है। अगला बचन लिखिया, माया धारी छत्रपत तिन छोड़ू त्याग। तो कोई माया धारी छत्रपत, कोई छत्रधारी राजा भी क्यों ना होए, तिस छोड़ू त्याग, ओदी आपां परवाह नहीं करते। ईवन ये तो आपां हुण देखिए ना, गुरुद्वारा मॉडल विच भी कई बार ऐसी चीज़ां देखते हैं कि जिहड़ी अमीरीयत है या जिहड़ा पावर विच आ, उसनूं आपां वड्डे अपने गुरुद्वारा प्रबंधक कमेटी तो देखिए, उत्थों लैके उन्हां दे रुतबे की गल, जय जयकार की बात हो रही है। तो हालांकि जिहड़ा बंदा थोड़ी जी भी बाणी पढ़ लैंदा, बाणी की समझ रखता, वो कहता क्या अपवाद आ, बाणी ये दस रही, एक्सरसाइज ये कर रहे हैं, मिसमैच हो रहा सारा।
ਹਾਲਾਂਕਿ ਬਾਣੀ ਇਹ ਕਹਿ ਰਹੀ ਹੈ ਕਿ ਤੇ ਸਾਡੇ ਘਰ 'ਚ ਹੈ ਵੀ ਹੈ, ਆਪ ਸੰਗਤ ਵਿੱਚ ਇੱਕੋ ਲੈਵਲ ਤੇ ਬੈਠਣਾ ਸਾਰਿਆਂ ਨੇ। ਹੂ ਕੇਅਰ, ਕੋਈ ਰਾਜਾ ਹੈ, ਕੋਈ ਪ੍ਰਜਾ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ। ਲੰਗਰ ਨੇ ਇੱਕੋ ਪੰਗਤ 'ਚ ਬੈਠਣਾ ਹੈ, ਇੱਕੋ ਲਾਈਨ 'ਚ ਲੱਗਣਾ। ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਐਕਸਰਸਾਈਜ਼ ਇਸੇ ਕਰਕੇ ਵੀ ਭਾਈ ਮਨੁੱਖ ਸਮਾਨ ਕਰਕੇ ਜਾਤਾ ਜਾਏ। ਫਿਰ ਬਾਕੀ ਇਹ ਹੈ ਕਿਸੇ ਦੀ ਅਦਬ ਸਤਿਕਾਰ ਦੀ ਮੈਂ ਬਾਤ ਕੀਤੀ, ਭਾਈ ਹੋਣਾ ਚਾਹੀਦਾ, ਪਰ ਹੋਏਗਾ ਗੁਣਾਂ ਦੇ ਰੂਪ ਦੇ ਵਿੱਚ, ਉਹਦੀ ਰੁਤਬੇਦਾਰੀ ਦੇ ਰੂਪ ਦੇ ਵਿੱਚ ਨਹੀਂ, ਉਹਦੇ ਕੋਈ ਸਰਮਾਇਆ ਵੱਧ ਜਾਂ ਘੱਟ ਇਸ ਰੂਪ ਵਿੱਚ ਨਹੀਂ। ਇਹ ਤੇ ਬਾਬਾ ਕਬੀਰ ਜੀ ਦੇ ਬਚਨ ਪੜ੍ਹੀਏ ਤਾਂ ਜ਼ਿਕਰ ਕਰਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਹਰੀ ਨੂੰ ਰਾਜਾ ਮੰਨਿਆ ਗਿਆ ਤੇ ਇਹ ਭੂਪਤ 4 ਦਿਨਾਂ ਦੇ ਨੇ। ਆਖਰਕਾਰ ਕੱਲ ਦੇ ਰਾਜੇ ਅੱਜ ਨਹੀਂ ਤੇ ਅੱਜ ਦੇ ਰਾਜੇ ਕੱਲ ਨਹੀਂ ਹੋਣਗੇ। ਵਕਤ ਆਪਣੀ ਜੱਜ ਤਬਦੀਲ ਹੁੰਦਾ ਜਾਂਦਾ ਸਾਈਕਲ ਦੇ ਰੂਪ ਵਿੱਚ। ਸਿੱਖ ਨੂੰ ਇਹ ਵਿਜ਼ਨਰੀ ਬਣਾਇਆ ਗੁਰੂ ਸਾਹਿਬ ਨੇ ਤੇ ਕਿਹਾ, ਸ਼ੁਭ ਦਾ ਸਤਿਕਾਰ ਕਰੀ, ਸੰਤ ਬਿਰਤੀ ਦਾ ਸਤਿਕਾਰ ਕਰੀ, ਧਰਮੀ ਗੁਣਾਂ ਦਾ ਸਤਿਕਾਰ ਕਰੀ। ਇਹ ਰਹਾਉ ਦਾ ਬੰਦ ਤਿਆਗ ਰਿਹਾ, ਇਹ ਸਿਖਾ ਰਿਹਾ ਸਾਨੂੰ। ਸ਼ੁਰੂਆਤੀ ਪਦਾ ਇਹਦਾ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਪੁਰਾਣੇ ਸਮੇਂ ਕਿਸੇ ਵਾਸਤੇ ਪਾਣੀ ਢੋਣਾ, ਪੱਖਾ ਫੇਰਨਾ, ਮਤਲਬ ਖਾਸ ਕਰਕੇ ਪੀਸ ਦਾਸ ਕੇ ਚੱਕੀ ਪੀ ਦੇਣੀ ਕਿਸੇ ਵਾਸਤੇ, ਦਾਸ ਬਿਰਤੀ 'ਚ ਹੋ ਕੇ, ਇਸ ਕਿਸਮ ਦੀ ਸੇਵਾ ਹੁੰਦੀ ਸੀ। ਵਕਤ ਪਾ ਕੇ ਚੀਜ਼ਾਂ ਕੁਝ ਬਦਲ ਗਈਆਂ। ਜੇ ਹੁਣ ਸਪੋਜ਼ ਕਰੋ ਅੱਜ ਦੀ ਤਾਰੀਖ ਦੇ ਵਿੱਚ ਸਾਡੇ ਕੋਲ ਜਿਹੜੇ ਨੇ ਇਲੈਕਟ੍ਰਿਕ ਫੈਨਸ ਹੈਗੇ ਨੇ, AC ਹੈਗਾ ਆ, ਸਭ ਚੀਜ਼ਾਂ ਨੇ, ਤੇ ਇਹਦੇ ਵਿੱਚ ਵੀ ਬੰਦਾ ਇਹ ਨਾ ਲਗਾ ਕੇ ਹੱਥ ਨਾਲ ਪੱਖੀਆਂ ਚੱਲਣ ਦੀ ਬਾਤ ਕਰੇ ਜਾਂ ਉਸ ਰੂਪ ਦੇ ਵਿੱਚ ਗੱਲ ਕਰੇ ਤੇ ਠੀਕ ਆ ਭਾਈ ਜੀ, ਕਿਸੇ ਨੂੰ ਜੇ ਸਕੂਨ ਮਿਲਦਾ ਗੱਲ ਵੱਖਰੀ ਆ, ਪਰ ਅਲਟੀਮੇਟਲੀ ਐਨਰਜੀ ਨੂੰ ਸਹੀ ਪਾਸੇ ਯੂਜ਼ ਕਰਨ ਦੀ ਗੱਲ ਵੀ ਹੁੰਦੀ ਹੈ। ਜੇ ਆਪਾਂ ਗੁਰਮਤ ਆਸ਼ੇ 'ਚ ਕੁਛ ਚੀਜ਼ਾਂ ਦੇਖੀਏ, ਜਦੋਂ ਅੰਗਰੇਜ਼ ਭਾਰਤੀ ਖਿੱਤੇ 'ਚ ਰੂਲ ਕਰ ਰਿਹਾ ਸੀਗਾ ਤੇ ਦਰਬਾਰ ਸਾਹਿਬ ਇਮਾਰਤ ਦੇ ਵਿੱਚ ਉਸ ਸਮੇਂ ਜ਼ਿਆਦਾਤਰ ਕਿਉਂਕਿ ਲਾਲਟਨਸ ਜਲਾਈਆਂ ਜਾਂਦੀਆਂ ਸੀ। ਪਹਿਲਾਂ ਮਸ਼ਾਲਾਂ ਬਲਦੀਆਂ ਸੀ, ਮਸ਼ਾਲਾਂ ਤੋਂ ਬਾਅਦ ਯੂਰਪ ਤੋਂ ਫਿਰ ਲਾਲਟਨ ਚਲੀ ਗਈ, ਲਾਲਟਨ ਫਿਰ ਉੱਥੇ ਬਲਣੀ ਸ਼ੁਰੂ ਹੋ ਗਈ। ਫਿਰ ਬਿਜਲੀ ਆ ਗਈ ਉੱਥੇ ਕੁਝ ਸਮੇਂ ਬਾਅਦ। ਜਦੋਂ ਬਿਜਲੀ ਆ ਗਈ ਤਾਂ ਸਰਕਾਰੀ ਬੰਗਲਿਆਂ 'ਚ ਜਾਂ ਵੱਡੇ ਜਿਹੜੇ ਰਈਸ ਸੀ ਕਿ ਉਹਨਾਂ ਦੇ ਘਰਾਂ 'ਚ ਬਿਜਲੀ ਦੀ ਜਿਹੜੀ ਰੌਸ਼ਨੀ ਲੈਂਪ ਤੋਂ ਇਲੈਕਟ੍ਰਿਕ ਲੈਂਪ ਆ ਗਏ, ਇਸ ਕਿਸਮ ਦੀ ਰੌਸ਼ਨੀ ਹੋਣੀ ਸ਼ੁਰੂ ਹੋਈ। ਕੁਝ ਸਿਆਣੇ ਸੱਜਣਾ ਨੇ ਕਿਹਾ, ਹਾਲਾਂਕਿ ਕੁਝ ਸਿੱਖ ਵਿਸ਼ਵਾਸੀ ਰਈਸ ਵੀ ਸੀਗੇ, ਅਮੀਰ ਵੀ ਸੀਗੇ, ਸਿੱਖ ਰਾਜੇ ਵੀ ਸੀਗੇ, ਕੁਝ ਫੁਲਕਿਆ ਰਿਆਸਤਾਂ 'ਚ ਹੋਰ, ਇਹਨਾਂ ਨੇ ਕਿਹਾ ਵੀ ਸਾਡੇ ਘਰਾਂ 'ਚ ਬਿਜਲੀ ਜਿਹੜੀ ਆ ਤਾਂ ਹੀ ਸੋਭਦੀ ਹੈ, ਦਰਬਾਰ ਸਾਹਿਬ ਵਿੱਚ ਵੀ ਬਿਜਲੀ ਹੋਇਆ, ਐਟਲੀਸਟ ਉੱਥੇ ਵੀ ਬਿਜਲੀ ਲਵਾਓ ਭਾਈ। ਜਦੋਂ ਇਹ ਗੱਲ ਹੋਈ ਤੇ ਚਰਚਾ ਚੱਲੀ ਤੇ ਕੁਝ ਸੱਜਣ ਸੀਗੇ, ਉਹ ਕਹਿਣ ਲੱਗੇ ਜੀ ਇਹ ਦੇਖੋ ਜੀ, ਇਹ ਬੜੀ ਮਨਮਤ ਦੀ ਗੱਲ ਹੈ, ਇਹ ਨਹੀਂ ਹੋ ਸਕਦਾ। ਉਹਨਾਂ ਨੇ ਪੁੱਛਿਆ ਵੀ ਕਿਉਂ ਨਹੀਂ ਹੋ ਸਕਦਾ? ਉਹ ਕਹਿੰਦੇ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਹੁਣ ਲਾਲਟਨਾਂ ਬਲਦੀਆਂ ਨੇ, ਸਾਡੀ ਸੇਵਾ ਹੁੰਦੀ ਏ, ਅਸੀਂ ਰੋਜ਼ ਲਾਲਟਨਾਂ ਖੋਲ੍ਹਦੇ ਹਾਂ, ਸ਼ੀਸ਼ੇ ਸਾਫ਼ ਕਰਦੇ ਹਾਂ, ਦੁਬਾਰਾ ਤੇਲ ਪਾਉਂਦੇ ਹਾਂ। ਦੱਸੋ ਸਾਡੀ ਸੇਵਾ ਸਾਡੇ ਤੋਂ ਖੋਹਣੀ ਚਾਹੁੰਦੇ ਨੇ। ਇਹ ਲਿਟਰਲੀ ਤੌਰ 'ਤੇ ਮਸਲਾ ਪੈਦਾ ਹੋਇਆ। ਬਾਅਦ ਵਿੱਚ ਕੁਝ ਸਿਆਣੇ ਸੱਜਣ ਸੀਗੇ, ਜਿਵੇਂ ਭਾਈ ਵੀਰ ਸਿੰਘ ਸਰੀਖੀਆਂ ਰੂਹਾਂ ਆਇਆ, ਉਸ ਤੋਂ ਬਾਅਦ ਭਾਈ ਕਾਨ ਸਿੰਘ ਨਾਭਾ ਸਰੀਖੀਆਂ ਰੂਹਾਂ, ਉਹਨਾਂ ਸਾਰਿਆਂ ਨੇ ਕਿਹਾ ਉਹ ਇਹ ਕੀ ਗੱਲਾਂ ਕਰ ਰਹੇ ਹੋ ਤੁਸੀਂ? ਸੇਵਾ ਕਰਨੀ ਤੁਸੀਂ ਜ਼ਰੂਰ ਕੁਝ ਹੋਰ ਕਰ ਲਓ ਨਾ, ਜ਼ਰੂਰੀ ਤੇ ਨਹੀਂ ਇਹ ਮਤਲਬ ਕੱਲੀ ਇਹੀ ਇੱਕ ਚੀਜ਼ ਦੀ ਸੇਵਾ ਤੇ ਨਾ ਰਹਿ ਗਈ। ਸੋ ਵਕਤ ਨਾਲ ਸੇਵਾ ਵੀ ਬਦਲਦੀ ਹੈ, ਸਮਾਂ ਉਸ ਰੂਪ ਵਿੱਚ ਬਦਲਦਾ ਹੈ। ਮੈਂ ਖੁਦ ਗੁਰਮਤ ਕੈਂਪਸ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀ, ਉਹਦੇ 'ਚ ਪਾਰਟੀਸਪੇਟ ਕਰਨਾ, ਤੇ ਈਵਨ ਮੈਨੂੰ ਯਾਦ ਆ ਕੁਝ ਸ਼ਹਿਰੀ ਬੱਸੋਂ ਜਿਨ੍ਹਾਂ ਨੂੰ ਗੁਰਮਤ ਦੀ ਕੁਝ ਰੌਸ਼ਨੀ ਸੀਗੀ, ਉਹਨਾਂ ਨੇ ਸਾਡੇ ਨਾਲ ਪਿੰਡਾਂ ਥਾਵਾਂ 'ਤੇ ਛੋਟੇ ਛੋਟੇ ਕੈਂਪ ਲਾਉਣੇ ਬੱਚਿਆਂ ਦੇ। ਤੇ ਉਹਨਾਂ ਕਹਿਣਾ ਕਿ ਕਿਉਂਕਿ ਸਾਡੇ ਇਲਾਕੇ 'ਚ ਪੰਜਾਬੀ ਆਮ ਕਰਕੇ ਸਕੂਲਾਂ 'ਚ ਨਹੀਂ ਸੀ ਪੜ੍ਹਾਈ ਜਾਂਦੀ, ਆਪਣੀ ਹੀ ਐਫਰਟ ਪਾਉਣੀ ਹੁੰਦੀ ਸੀ ਪੰਜਾਬੀ ਵਗੈਰਾ ਸਿੱਖਣ ਵਾਸਤੇ। ਇਹ ਵੀ ਇੱਕ ਬੜੀ ਰਾਜਸੀ ਤੌਰ 'ਤੇ ਬੜੀ ਇੱਕ ਅਲਾਮਤੀ ਖੇਡ ਖੇਡੀ ਜਾਂਦੀ ਸੀ ਸਾਰੀ। ਖੈਰ ਅਸੀਂ ਕੀ ਕਰਨਾ ਕਿ ਬੱਚਿਆਂ ਨੂੰ ਕਹਿਣਾ ਕਿ ਅੱਛਾ ਕੁਝ ਗੁਰਮਤ ਪੜ੍ਹਾਵਾਂਗੇ, ਕੁਝ ਪੰਜਾਬੀ ਸਿਖਾਵਾਂਗੇ, ਬਟ ਹੂ ਕੇਅਰ, ਗੁਰਮਤ ਪੜ੍ਹ ਕੇ ਕਿਹੜਾ ਨੌਕਰੀ ਮਿਲ ਜਾਣੀ ਹੈ, ਪੰਜਾਬੀ ਸਿੱਖ ਕੇ ਕਿਹੜਾ ਕੋਈ ਕਿਸੇ ਨੂੰ ਕੋਈ ਜਿਹੜੀ ਹੈ ਜੋਬ ਮਿਲ ਜਾਣੀ ਹੈ। ਸਾਰੀ ਐਫਰਟ ਇਸ ਗੱਲ 'ਤੇ ਕਿ ਬੱਚੇ ਨੂੰ ਮੈਥ ਵਧੀਆ ਆ ਜਾਏ, ਇੰਗਲਿਸ਼ ਵਧੀਆ ਆ ਜਾਏ, ਉਹਨੂੰ ਜਿਹੜਾ ਹੈਗਾ ਸਾਇੰਸ ਵਧੀਆ ਪੜ੍ਹਨ ਨੂੰ ਮਿਲ ਜਾਏ, ਦੈਨ ਉਹਨੂੰ ਜੋਬ ਮਿਲੇਗੀ, ਉਹਦਾ ਕੈਰੀਅਰ ਬਣੇਗਾ। ਫਿਰ ਉੱਥੇ ਕੀ ਕਰਨਾ ਕਿ ਅਸੀਂ ਉੱਥੇ ਬਕਾਇਦਾ ਤੌਰ 'ਤੇ ਅਨਾਊਂਸਮੈਂਟ ਇਹ ਕਰਾਉਣੀ ਕਿ ਓਕੇ ਜਿਹੜੇ ਬੱਚੇ ਪੰਜਾਬੀ ਪੜ੍ਹਨ ਆਉਣਗੇ, ਗੁਰਮਤ ਕਲਾਸਿਸ ਵਿੱਚ ਆਉਣਗੇ, ਉਹਨਾਂ ਨੂੰ ਗੁਰਮਤ ਕਲਾਸ ਦੇ ਨਾਲ ਨਾਲ ਇੰਗਲਿਸ਼ ਪੜ੍ਹਾਈ ਜਾਏਗੀ, ਉਹਨਾਂ ਨੂੰ ਗੁਰਮਤ ਕਲਾਸਿਸ ਦੇ ਨਾਲ ਨਾਲ ਮੈਥ ਵੀ ਸਿਖਾਇਆ ਜਾਏਗਾ। ਉਹ ਇੱਕ ਇਸ ਰੂਪ ਵਿੱਚ। ਤੇ ਉਹ ਜਿਹੜੇ ਬੱਚੇ ਸੀਗੇ ਜਿਹੜੇ ਮਤਲਬ ਇੰਡੀਵਿਜੂਅਲ ਹੁੰਦੇ ਸੀਗੇ,
ਤੇ ਉਹਨਾਂ ਨੇ ਹੋਰ ਵੀ ਤੇ ਸੇਵਾ ਕਰ ਹੀ ਸਕਦੇ ਸੀ ਉਹ, ਤੁਸੀਂ ਉਹਨਾਂ ਨੂੰ ਕਹਿਣਾ, ਜਾਂ ਉਹ ਸਾਡੇ ਜਿਹੜੇ ਸੱਜਣ ਹੁੰਦੇ ਸੀਗੇ, ਅਸੀਂ ਤੇ ਚਲੋ ਬੱਚੇ ਹੀ ਸੀਗੇ ਹਾਲੇ, ਤੇ ਉਹਨਾਂ ਨੇ ਪ੍ਰੇਰਣਾ, ਉਹਨਾਂ ਨੇ ਕਹਿਣਾ ਬੇਟਾ ਇਹ ਸੇਵਾ ਬੜੀ ਵੱਡੀ ਸੇਵਾ ਹੈ। ਤੀਵਨ ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨਾ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਵੇਂ ਕੋਈ ਸੋਨੇ ਦੇ 7 ਮੰਦਰ ਬਣਾ ਕੇ ਦਾਨ ਕਰਦੇ ਨਾ, ਉਸ ਤੋਂ ਕਿਤੇ ਵੱਡਾ ਪੁੰਨ ਆ ਕਿਸੇ ਨੂੰ ਸ਼ਬਦ ਸਿਖਾ ਸਕਣ ਦਾ। ਪਰ ਹਾਂ, ਜਿਸ ਸਮੇਂ ਗੁਰੂ ਅਰਜਨ ਸਾਹਿਬ ਇਹ ਬਚਨ ਲਿਖ ਰਹੇ, ਉਸ ਸਮੇਂ ਆਹੀ ਸੇਵਾ ਹੁੰਦੀ ਸੀਗੀ। ਅੱਜ ਵਰਗੇ ਘਰ ਘਰ, ਜਿਵੇਂ ਅੱਜ ਕੱਲ੍ਹ ਤੇ ਬੰਦੇ ਨੂੰ, ਬੱਚਿਆਂ ਨੂੰ ਅੱਜ ਕੱਲ੍ਹ ਕਹੋ ਕਿ ਕੋਈ ਪਾਣੀ ਦੀ ਸੇਵਾ ਕਰਦਾ ਸੀਗਾ, ਤੂੰ ਕਹੇਗਾ ਵਾਟ ਆਰ ਯੂ ਟਾਕਿੰਗ ਅਬਾਊਟ, ਪਾਣੀ ਦੀ ਸੇਵਾ? ਹਰ ਜਿਹੜਾ ਹੈਗਾ ਕਮਰੇ ਦੇ ਨਾਲ ਤੇ ਵਾਸ਼ਰੂਮ ਅਟੈਚਡ ਹੈ, ਉੱਥੇ ਟੈਬ ਹੈਗੀ, ਉਹ ਚੱਲ ਰਹੀ ਹੈ ਤੇ ਉਸ ਰੂਪ ਦੇ ਵਿੱਚ। ਈਵਨ ਕਈ ਵਾਰ ਬੱਚੇ ਇੱਥੋਂ ਜਾ ਕੇ, ਹੁਣ ਤੇ ਚਲੋ ਉੱਥੇ ਮਾਹੌਲ ਬਦਲ ਗਿਆ, ਸ਼ੁਰੂਆਤ 'ਚ ਹੋਣਾ ਉਹਨਾਂ ਨੂੰ ਕਹਿਣਾ ਕਿ ਓਕੇ ਤੁਸੀਂ ਹੁਣ ਨਹਾ ਨਹੀਂ ਸਕਦੇ ਕਿਉਂਕਿ ਪਾਣੀ ਗਰਮ ਨਹੀਂ ਹੈਗਾ। ਉਹਨਾਂ ਕਹਿਣਾ ਹਾਊ ਕਮ, ਪਾਣੀ ਕਿਉਂ ਨਹੀਂ ਗਰਮ ਹੈਗਾ? ਉਹਨਾਂ ਨੂੰ ਕੀ ਪਤਾ ਕਿ ਐਕਚੁਅਲੀ ਇਸ ਰੂਪ ਦੇ, ਉਹਨਾਂ ਨੂੰ ਕਿੰਨਾ ਸਮਾਂ ਤੇ ਇਸ ਗੱਲ ਦੀ ਬੜੀ ਮੁਸ਼ਕਿਲ ਆਈ ਵੀ ਇਲੈਕਟ੍ਰੀਸਿਟੀ ਨੂੰ ਕੀ ਹੁੰਦਾ, ਬਿਜਲੀ ਕਿੱਧਰ ਚਲੀ ਜਾਂਦੀ ਹੈ, ਕਿਉਂਕਿ ਅਸੀਂ ਇੰਨੇ ਯੂਜ਼ਡ ਟੂ ਹੋ ਗਏ ਉਸ ਮਾਹੌਲ ਦੇ ਵਿੱਚ। ਪਰ ਇਹ ਹੈ ਜਦੋਂ ਇਸ ਰੂਪ ਵਿੱਚ ਗੁਰੂ ਬਾਬਾ ਜੀ ਕਹਿੰਦੇ ਕਿ ਮੈਂ ਹਰੀ ਦੇ ਸੰਤਾਂ ਦੀ ਸੇਵਾ ਕਰਾਂ, ਉਹਨਾਂ ਦੇ ਸੇਵਕਾਂ ਦੀ ਵੀ ਸੇਵਾ ਕਰਾਂ, ਤੇ ਇੱਥੋਂ ਤੱਕ ਵੀ ਕਰਨ ਲਈ ਤਿਆਰ ਹਾਂ ਕਿ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਤੇ ਕੋਈ ਕਹਿੰਦਾ ਫਲਾਣਾ ਬੰਦਾ ਤੇ ਰਾਜਿਆਂ ਵਰਗੀ ਜ਼ਿੰਦਗੀ, ਕਿਉਂ ਰਾਜਿਆਂ ਵਰਗੀ ਜ਼ਿੰਦਗੀ? ਨੌਕਰ ਚਾਕਰ ਨੇ, ਜੱਗੇ ਪਿੱਛੇ ਤੁਰੇ ਫਿਰਦੇ, ਇਸ ਕਿਸਮ ਦਾ। ਸਾਡੇ ਘਰ ਵੀ ਜਦੋਂ ਨਵਾਬੀ ਆਈ ਨਾ, ਤੇ ਮੁਗਲ ਸੂਬੇਦਾਰ ਨੇ ਨਵਾਬੀ ਤੇ ਇਸ ਕਰਕੇ ਭੇਜੀ ਵੀ ਨਵਾਬ ਬਣ ਕੇ ਤੇ ਉਹ ਅੱਜ 5-4 ਨੌਕਰ ਰੱਖੇਗਾ, ਆਪਣੀ ਸੇਵਾ ਕਰਾਏਗਾ, ਤੇ ਵਿਲਾਸਤੀ ਜੀਵਨ ਸ਼ੁਰੂ ਹੋ ਜਾਏਗਾ। ਤੇ ਫਿਰ ਕੋਈ ਹੋਰ ਨਵਾਬੀ ਖੋਏਗਾ ਤੇ ਉਹਦੇ ਨਾਲ ਲੜੇਗਾ, ਮਾਰੇਗਾ, ਜੋ ਅਸੀਂ ਕਰਦੇ ਹਾਂ। ਉੱਥੇ ਕੰਮ ਉਲਟਾ ਹੋ ਗਿਆ। ਉੱਥੇ ਜਿਹਨੂੰ ਨਵਾਬੀ ਦਿੱਤੀ ਕਿ ਪਹਿਲਾਂ ਤੂੰ ਲੈਣ ਲਈ ਤਿਆਰ ਨਹੀਂ, ਬੜੀ ਮੁਸ਼ਕਿਲ ਨਾਲ ਮਨਾਇਆ, ਤੇ ਮੁੜ ਕੇ ਕਹਿੰਦਾ ਵੀ ਸ਼ਰਤ ਹੈ। ਸ਼ਰਤ ਕੀ ਹੈ? ਸ਼ਰਤ ਇਹ ਹੈ ਵੀ ਤਬੇਲੇ ਦੀ ਜਿਹੜੀ ਮੈਂ ਘੋੜਿਆਂ ਦੀ ਲਿੱਦ ਚੁੱਕ ਰਿਹਾ, ਜਿਹੜੀ ਮੈਂ ਉਹ ਕਾਰਜ ਕਰ ਰਿਹਾ ਬਈ, ਉਹ ਨਹੀਂ ਮੇਰੇ ਤੋਂ ਕੋਈ ਲੈ ਸਕੇਗਾ। ਮਤੇ ਮੁੜ ਕੇ ਕਹੋ ਵੀ ਤੂੰ ਨਵਾਬ ਹੈ, ਤੂੰ ਕਰ ਨਹੀਂ ਸਕਦਾ ਨਾ। ਇੱਕ ਹਾਇਰ ਲੈਵਲ ਦੀ ਜਿਹੜੀ ਬਾਤ ਹੋ ਰਹੀ ਹੈ, ਮੁਰਾਦ ਇਹ ਕਿ ਬੰਦਾ ਕਿਸੇ ਰੂਪ ਦੇ ਵਿੱਚ ਵੀ ਜਿਹੜਾ ਹੈ ਦੂਜੇ ਨੂੰ ਗੁਲਾਮ ਬਣਾ ਕੇ, ਦੂਜੇ ਤੋਂ ਆਪਣੀ ਸੇਵਾ ਕਰਾ ਕੇ, ਮੁੱਠੀ ਚਾਪੀ ਕਰਾ ਕੇ, ਉਸ ਰੂਪ ਦੇ ਵਿੱਚ ਜੀਵਨ ਨਾ, ਬਲਕਿ ਆਪਣੀ ਕਾਰ ਸੰਭਾਲ ਆਪ ਕਰੇ। ਬਚਨ ਲਿਖਿਆ ਇਹਦੇ 'ਚ ਸਾਹਿਬ ਕਹਿ ਰਹੇ ਨੇ ਕਿ ਭਾਈ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ ਪਈਏ, ਅੱਗ 'ਚ ਸਾੜ ਦਿੱਤੀਆਂ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਸਿੱਖੀ 'ਚ ਇਹ ਗੱਲ ਨਹੀਂ ਹੈ ਕਿ ਤੁਸੀਂ ਸਿਰਫ ਰੁੱਖੀ ਸੁੱਖੀ ਖਾਣੀ ਹੈ ਜਾਂ ਉਸ ਰੂਪ ਵਿੱਚ ਬਾਤ ਹੈ। ਜਿਸ ਦੇ ਰਸ ਅੰਮ੍ਰਿਤ ਖੀਰ ਖਿਆਲੀ ਮਾਤਾ ਖੀਵੀ ਜੀ ਦੁੱਧ 'ਚ ਚਿੱਟੇ ਰੰਗ ਦੀ ਖੀਰ ਜਿਹੜੀ ਹੈ ਮਿੱਠਾ ਪਾ ਕੇ ਉਹ ਵੰਡਦੇ, ਤੇ ਵੰਡਣ ਤੋਂ ਪਹਿਲਾਂ ਉਹਦੇ 'ਚ ਹੋਰ ਘਿਓ ਪਾਉਂਦੇ, ਜਿਨ੍ਹਾਂ ਦੀ ਖੀਰ ਵੀ ਥਿੰਦੀ ਹੋਏਗੀ। ਪ੍ਰਸ਼ਾਦਾ ਤੇ ਇੱਕ ਪਾਸੇ ਰਿਹਾ, ਪਰ ਇਹ ਜਿਹੜੀ ਬਾਤ ਹੈ ਇਹ ਹੈ ਅਸੂਲਾਂ ਨੂੰ ਵੇਚ ਕੇ, ਜ਼ਮੀਰ ਨੂੰ ਵੇਚ ਕੇ, ਜ਼ਮੀਰ ਫਰੋਸ਼ ਹੋ ਕੇ ਜੇ ਖੀਰ ਵੀ ਖਾਣ ਨੂੰ ਮਿਲੇ ਨਾ, ਨਾ। ਇੱਥੇ ਬਚਨ ਪੜ੍ਹਦੇ ਆ, ਖੀਰ ਸਮਾਨ ਸਾਗ ਖੀਰ ਸਮਾਨ ਸਾਗ ਮੈਂ ਪਾਇਓ। ਬਾਬਾ ਕਬੀਰ ਜੀ ਕਹਿੰਦੇ ਵੀ ਮੈਨੂੰ ਭਾਵੇਂ ਸਾਗ ਵੀ ਮਿਲ ਰਿਹਾ, ਪਰ ਉਹ ਮੇਰੇ ਲਈ ਖੀਰ ਤੋਂ ਵੀ ਸਵਾਦਿਸ਼ਟ ਆ। ਉਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਬਿਰਤਾਂਤ ਸਿਰਜਿਆ। ਇੱਥੇ ਬਚਨ ਆਇਆ ਕਿਆ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਤੇ ਕਿਸੇ ਸਾਕਤ ਮਤੀਏ ਦੇ ਘਰ ਜਾਂ ਉਹਦੇ ਸੰਗ ਵਿੱਚੋਂ 36 ਪ੍ਰਕਾਰ ਦੇ ਪਦਾਰਥ ਵੀ ਮਿਲ ਜਾਣ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਨਾ ਪ੍ਰਵਾਨ ਨੇ ਨਾ ਗਵਾਰਾ ਨੇ, ਭਗਤ ਜਨਾ ਕਾ ਲੂੰਗਰਾ ਓਢ ਨਗਨ ਨਾ ਹੋਈ। ਲੂੰਗਰਾ ਪੂਰਾ ਪਾਟਿਆ ਹੋਇਆ, ਜਿਹਨ ਲੀਰਾਂ ਹੁੰਦੀਆਂ ਨੇ ਪਾਈਆਂ। ਕਿਆ ਮੁਕਾਬਲਤਨ ਕਿਸੇ ਸਾਕਤ ਦੀ ਜਿਹੜੀ ਹੈ ਅੱਗੇ ਰੇਸ਼ਮੀ ਦੀ ਬਾਤ ਕੀਤੀ ਗਈ ਕਿ ਜਿਹੜਾ ਹੈਗਾ ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪੱਤ ਹੋਈ। ਕੋਈ ਰੇਸ਼ਮੀ ਸਿਰੋਂ ਪਾਉ, ਸਿਰ ਤੋਂ ਲੈ ਕੇ ਪੈਰ ਤੱਕ ਦਾ ਓਢਣ ਵੀ ਦੇ ਦੇ, ਉਹਦੇ ਮੁਕਾਬਲੇ ਸੰਤ ਜਨਾਂ ਦਾ ਲੂੰਗਰਾ ਜਿਹੜਾ ਉਹਨਾਂ ਦੀ ਪਾਟੀ ਹੋਈ ਝੋਲੀ ਹੈ ਉਹ ਮੈਨੂੰ ਪ੍ਰਵਾਨ ਹੈ। ਮੁਰਾਦ ਸਾਦਾ ਜੀਵਨ ਮੇਰੇ ਵਾਸਤੇ ਪ੍ਰਵਾਨ ਹੋਏਗਾ, ਮੁਕਾਬਲਤਨ ਕੀ ਐਸਾ ਜੀਵਨ ਜਿਹੜਾ ਵਿਲਾਸਤੀ ਹੋਏ, ਜਿਹੜਾ ਅਸੂਲਾਂ ਤੋਂ ਡਿੱਗ ਕੇ ਹੋਏ। ਅਗਲਾ ਬਚਨ ਲਿਖਿਆ ਸਾਕਤ ਸਿਉ ਮੁਖ ਜੋਰੀ ਹੈ ਅਧ ਵਿੱਚੋਂ ਟੁੱਟਾ। ਬਾਕੀ ਇਹ ਹੈ ਸ਼ਕਤੀ ਦੀ ਆਸਥਾ, ਮਾਇਆਤਾਰੀ ਜੀਵਨ ਜੀਣ ਵਾਲੇ ਲੋਕ, ਇਹ ਨਾ ਤੇ ਆਪ ਸੁਖ ਪ੍ਰਾਪਤ ਕਰਦੇ ਤੇ ਨਾ ਇਹਨਾਂ ਦੇ ਰਿਸ਼ਤੇ 'ਚ ਕੋਈ ਵੱਡਾ ਮਹਾ ਸੁਖ ਬੰਦੇ ਨੂੰ ਪ੍ਰਾਪਤ ਹੁੰਦਾ। ਆਖਰਕਾਰ ਲਾਲਚ 'ਚ ਪਏ ਹੋਏ ਲੋਕ ਅੱਧ ਵਿੱਚੋਂ ਚੀਜ਼ਾਂ ਟੁੱਟ ਜਾਂਦੀਆਂ। ਉਹਦੀ ਬਾਤ ਕੀਤੀ ਹਰਜਨ ਕੀ ਸੇਵਾ ਜੋ ਕਰੇ, ਇਹ ਤਾਂ ਉਤਾਂ ਛੂਟਾ ਜਿਹੜਾ ਹਰੀ ਦੀ ਸੇਵਾ 'ਚ ਲੱਗਦਾ, ਹਰੀ ਦੇ ਜਨਾਂ ਦੀ ਸੇਵਾ 'ਚ ਲੱਗਦਾ, ਉਹ ਲੋਕ ਪਰਲੋਕ ਆਪਣਾ ਕਲਿਆਣ ਕਰ ਲੈਂਦਾ। ਸਭ ਕੁਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ। ਬਾਕੀ ਕਰਤਾਰ ਸਾਡੇ ਮਨੁੱਖਾਂ ਦੇ ਵੱਸ ਵੀ ਕੀ, ਆਖਰਕਾਰ ਤੂੰ ਹੀ ਬੰਤਰ ਬਣਾਉਣ ਵਾਲਾ। ਬੰਤਰ ਬਣਾਉਣ ਦਾ ਮਤਲਬ ਹੀ ਹੈ ਤੂੰ ਇਹੋ ਜਿਹੇ ਹਾਲਾਤ ਬਣਾਉਣਾ ਜਿਨ੍ਹਾਂ 'ਚ ਸਾਡੀ ਸੋਚ ਘੜੀ ਜਾਂਦੀ ਹੈ। ਸੋ ਤੇਰੇ ਅੱਗੇ ਅਰਦਾਸ ਆ, ਇਹੋ ਜਿਹੇ ਸਰਕਮਸਟੈਂਸਸ ਸਾਨੂੰ ਬਖਸ਼ ਦੇ। ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਇਹ ਨਾਨਕ ਹੈ
जे मैनू साधु के दर्शन मिलते हैं तो मैं गुण गायन करने के काबिल हुन्ना। तो सच ये है रब के प्यारियां के दर्शन विचों ही रब के दर्शन होने की बात ये गुरबाणी का बचन सानू समझा रहा। सब रहमत करन इन्हां आलमी वाक़िआं चों असीं गुरमतीए हो सकीए, गुरमत की प्रेरणा लै सकीए। इन्नियां क बिनतियां नाल खिमा भुलां गलतियां ना जतारिओ। इत्थे समापन करिए, कह देना जी वाहिगुरू जी का खालसा वाहिगुरू जी की फतेह।